जिस तरह कि साडा चाका जी लहिंदे पंजाब दे ज़िला साहिवाल मिंटगुमरी दी तहसील चीचावतनी च पैंदा ਚੱਕ 5812L। ਇਹ ਪਿੰਡ ਜ਼ਿਲ੍ਹਾ ਸਾਹੀਵਾਲ ਮਿੰਟਗੁਮਰੀ ਦੀ ਤਹਿਸੀਲ ਚੀਚਾਵਤਨੀ ਤੋਂ 32 ਕਿਲੋਮੀਟਰ ਮਗਰਬ ਜਨੂਬ ਵਾਲੇ ਪਾਸੇ ਆਬਾਦ ਆ। ਸਨ 1947 ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਸਾਰੀ ਸਿੱਖ ਬਰਾਦਰੀ ਸੀ। ਸਨ 1947 ਤੋਂ ਪਹਿਲਾਂ ਇਸ ਪਿੰਡ ਦੀਆਂ 2 ਨੰਬਰਦਾਰੀਆਂ ਸਨ। एक नंबरदारी सरदार फतेह सिंह कोल ते दूसरी सरदार स्वर्ण सिंह कोले सी। हुण इस पिंड दे विच सब तो ज़्यादा बरादरी गुज्जर अराई जट बैठी है। गुज्जर ज़िला फिरोजपुर दी तहसील जीरा दे पिंड इंदगढ़, पिंड किशनपुर कलाम, पिंड जिंदड़ा, पिंड नसीरे वाला, पिंड कमालके दा एक इंटरव्यू पा देवां ना कि बुजुर्गो तुसीं कित्थों आए हो। ਉਹ ਦੱਸਦੇ ਕਿ ਮੈਂ ਫਾਰ ਐਗਜ਼ਾਮਪਲ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਦੇ ਪਿੰਡ ਨਸੀਰੇ ਵਾਲਾ ਤੋਂ ਆਇਆ ਜਾਂ ਕਮਾਲਕੇ ਤੋਂ ਆਇਆ ਅਤੇ ਮੈਨੂੰ ਆਪਣੇ ਚੈਨਲ 'ਤੇ ਇੰਨਾ ਯਕੀਨ ਆ ਕਿ ਓਨਲੀ ਸਿਰਫ 2 ਘੰਟਿਆਂ ਬਾਅਦ ਇਹ ਜਿਹੜੀ ਮੇਰੀ ਵੀਡੀਓ ਬਾਬੇ ਦੇ ਲਫ਼ਜ਼ ਮੂੰਹ 'ਚੋਂ ਨਿਕਲੇ ਹੋਏ ਉਸ ਪਿੰਡ ਚੜ੍ਹਦੇ ਪੰਜਾਬ 'ਚ ਸਿਰਫ 2 ਘੰਟਿਆਂ 'ਚ ਪਹੁੰਚ ਜਾਣਗੇ। ਕੀ ਹਾਲ ਚਾਲ ਆ ਜੀ? ਜਿਵੇਂ ਚੜ੍ਹਦੀਆਂ ਕਲਾ ਜੀ। ਤੇ ਸੁਣਾਓ ਕਿੱਦਾਂ ਦਾ ਲੱਗਾ ਸਾਡਾ ਲਹਿੰਦਾ ਪੰਜਾਬ? ਬਹੁਤ ਵਧੀਆ ਲੱਗਿਆ। ਤੇ ਕੀ ਲੈ ਕੇ ਜਾ ਰਹੇ ਹੋ? ਹੈ ਲਹਿੰਦੇ ਪੰਜਾਬ 'ਚੋਂ ਕੀ ਲੈ ਕੇ ਜਾ ਰਹੇ ਹੋ? ਬਸ ਇਹ ਸਵੈਸੀ ਹੈ ਜੀ, ਜਿਹੜੇ ਸਾਰੇ ਅਸਤ ਕਰਦੇ ਨੇ। ਇਹੀ ਚੀਜ਼ ਹੈ ਸਭ ਤੋਂ ਵੱਡੀ, ਹੋਰ ਕੁਛ ਹੈ ਹੀ ਨਹੀਂ। ਸਤਿ ਸ੍ਰੀ ਅਕਾਲ ਜੀ। सत श्रीकाल। जा रहे हो वापस? बिल्कुल जी वापस आ रहे हैं। की लैके जा रहे हो? जाके प्यार लेके जा रहे हैं। लहिंदे वालियां दा चढ़दे वाले पासे प्यार लेके जा रहे हैं। बिल्कुल साडा प्यार नहीं भुलना तुसीं। ना बिल्कुल नहीं भूलेंगे। बहुत बहुत धन्यवाद। थैंक यू। मैं मत्थे नु लाके ला दे मसरवाड़ा पारनी। ਉਹਨੂੰ ਇਹ ਪੁੱਛਿਆ ਸੀ ਕਿ ਚੜ੍ਹਦੇ ਪੰਜਾਬ ਵਾਲੇ ਵੀਰੋ ਅਸੀਂ ਤੁਸੀਂ ਸੋਚ ਵੀ ਨਹੀਂ ਸਕਦੇ, ਤੁਸੀਂ ਮਤਲਬ ਜਿਹੜੇ ਆਪਣੇ ਮੀਡੀਆ ਦੇ ਕੋਲੋਂ ਸੁਣੀਆਂ ਗੱਲਾਂ, ਜਿਹੜੀਆਂ ਆਪਣੇ ਮੀਡੀਆ ਦੇ ਕੋਲੋਂ ਕੰਨ ਤੁਹਾਡੇ ਭਰੀਜੇ, ਉਹ ਚੀਜ਼ਾਂ ਇੱਧਰ ਨਹੀਂ ਹੈਗੀਆਂ। ਇੱਥੇ ਸਾਡੇ ਪਾਕਿਸਤਾਨ ਦਾ ਨਾਮ ਹੀ ਪਿਆਰ ਦਾ ਨਾਮ ਆ ਅਤੇ ਅਸੀਂ ਸਿਰਫ ਕੌਮ ਪਿਆਰ ਦੇਣ ਵਾਲੀ ਆ, ਪਿਆਰ ਲੈਣ ਵਾਲੀ। ਮਿੱਠਾ ਖੂਹ ਤੇ ਠੰਡੀ ਛਾਂ, ਚੱਲੋ ਚਲੀਏ ਉਸ ਗਰਾਂ, ਹਰ ਪਾਸੇ ਹਰਿਆਲੀ ਹੋਵੇ, ਧਰਤੀ ਫੁੱਲਾਂ ਵਾਲੀ ਹੋਵੇ, ਘੁੱਗੂ ਤਿੱਤਰ ਲਾਲੀ ਹੋਵੇ ਤੇ ਹੋਵੇ ਟੱਗਿਆਂ ਦੀ ਅੜਾਂ, ਚੱਲੋ ਚਲੀਏ ਉਸ ਗਰਾਂ। ਤਾਰਿਆਂ ਦੇ जी नाज़रीन, टीम वाइस ऑफ पंजाब के नाल मैं हाँ हाफिज़ खालिद ते अज टीम वाइस ऑफ पंजाब मौजूद आ तहसील चीचावतनी का एक करीबी इलाका। तो इस करीबी इलाके की आन बान शान ने मोहतरम जनाब सईद राजपूत साहब, ये बड़े ही फेमस शख्सियत है इस इलाके की। डिस्कवर पंजाब के नाम तो एक अपना चैनल चला रहे हैं और इस चैनल पर पंजाब दिखाते हैं, पंजाब की सकाफत, पंजाब के ਜਿਹੜੇ ਹਾਲਾਤੋਂ ਵਾਕਿਆਤ ਨੇ, ਇੱਥੇ ਜਿਹੜੀਆਂ ਸਿੱਖਾਂ ਦੀ ਬਾਕੀਆਤ ਪਈਆਂ ਨੇ ਉਹ ਵਿਖਾਉਂਦੇ ਨੇ। ਪਿੰਡਾਂ ਦੇ ਵਿੱਚ ਕੀ ਹਾਲਾਤ ਨੇ, ਪਿੰਡ ਕਿੰਨੇ ਪੁਰਾਣੇ ਨੇ, ਲਹਿੰਦਾ ਤੇ ਚੜ੍ਹਦਾ ਪੰਜਾਬ 'ਚ ਕੀ फ़र्क है ये दसते हैं। तो बिलखसूस साढ़े चढ़ते पंजाब के जोड़े सिख भरा ने साढ़े, इन्हों के बड़े फैन ने, बड़े लाइक करते हैं। तो अज इन्हों का बहुत शुक्रिया, इन्होंने आपका कीमती टाइम वाइस ऑफ पंजाब को दिता। इन्हों को जानांगे कि इन्होंने ये शौक कितों पैदा होया, अज ये कित्थे खड़े ने। जुड़े रहियो वाइस ऑफ पंजाब के नाल। अस्सलाम वालेकुम जी। वालेकुम सलाम जी। सईद भाई की हाल है? अल्लाह का शुक्र अलहमदुलिल्लाह जी। सर जी बहुत शुक्रिया, तुसीं आपका कीमती टाइम जिहड़ा ना जी साडे व्यूवर नूं दिता। बिलखसूस लਹਿੰਦੇ ते चढ़दे पंजाब के जिहड़े पंजाबी नाल मुहब्बत करने वाले लोग आ उन्हां दे नाम कीता। तुसीं अपना जिहड़ा चैनल चला रहे हो, ठीक है, इन्हें बारे दसो ज़रा, कितनी देर तो चला रहे हो, किवें शौक पैदा होया ते बड़ा मुश्किल काम आ, तुसीं बड़ी बड़ी दूर जाके वीडियो शूट करते हो। हाँ जी, सब तो पहला तो तुहाडा शुक्रिया जी कि तुसीं अपने चैनल की भी जीनत बनाया, तो बहुत बहुत तुहाडा शुक्रिया। तो दूसरे नंबर ते दूसरा सवाल है कि कितनी देर तो असीं काम करते पे। ये तकरीबन
ਸਟਰਗਲ ਇਹਦੇ ਪਿੱਛੇ ਬਹੁਤ ਜ਼ਿਆਦਾ ਹੁੰਦੀ ਆ। ਬੰਦਾ ਪਹਿਲੇ ਸ਼ੋਅ ਨਹੀਂ ਹੁੰਦਾ, ਸਿਰਫ ਉਦੋਂ ਹੀ ਸ਼ੋਅ ਹੁੰਦਾ ਜਦੋਂ ਉਹ ਫੇਮਸ ਜਾਂ ਵਾਇਰਲ ਹੋਣਾ ਸ਼ੁਰੂ ਹੋਵੇ। ਲੋਕ ਉਹਦੇ ਦਿਨ ਉਦੋਂ ਤੋਂ ਗਿਣਨਾ ਸ਼ੁਰੂ ਹੁੰਦੇ ਆ। ਅਤੇ ਇਹ ਬੜੀ ਲੰਮੀ ਚੌੜੀ ਸਟਰਗਲ ਆ। ਤਕਰੀਬਨ ਅਗਰ ਸਾਲਾਂ 'ਚ ਦੱਸਿਆ ਜਾਵੇ 4 ਸਾਲ ਤੇ ਹੋ ਗਏ, ਅਤੇ 4 ਸਾਲ ਹੋ ਗਏ ਮੈਨੂੰ ਇਸ 'ਤੇ ਕੰਮ ਕਰਦਿਆਂ। ਅਤੇ ਬਾਕੀ ਇਹ ਮੈਂ ਸਮਝਦਾ ਕਿ ਇਹ ਮੈਂ ਸ਼ੁਰੂ ਕਿਸ ਤੋਂ ਕੀਤਾ। ਮੇਰਾ ਕੰਮ ਆ ਪਿਛੋਕੜ ਦਿਖਾਉਣਾ, ਠੀਕ ਹੈ, ਕਿ ਮਤਲਬ ਚਾਹੇ ਉਹ ਪਾਕਿਸਤਾਨ ਦੇ ਮਾਈਗ੍ਰੇਟ ਲੋਕ ਆ, ਚਾਹੇ ਉਹ ਚੜ੍ਹਦੇ ਪੰਜਾਬ ਦੇ ਮਾਈਗ੍ਰੇਟ ਲੋਕ ਆ ਜਿਹੜੇ ਉੱਧਰ ਗਏ, ਉਹਨਾਂ ਦਾ ਪਿਛੋਕੜ ਇੱਧਰੋਂ ਲੈਂਦੇ ਪੰਜਾਬ 'ਚੋਂ ਦਿਖਾਉਣਾ, ਅਤੇ ਜਿਹੜੇ ਇੱਧਰ ਆਏ ਆ ਸਾਡੇ ਉਹਨਾਂ ਦਾ ਪਿਛੋਕੜ ਉੱਧਰੋਂ ਲੱਭ ਕੇ ਦੇਣ ਦੀ ਪੂਰੀ ਕੋਸ਼ਿਸ਼ ਕਰਨਾ। ਇਹ ਮੇਰਾ ਮਤਲਬ ਇੱਕ ਕੰਟੈਂਟ ਆ ਜੀ। ਅਤੇ ਮਤਲਬ ਪਿੰਡ ਦਿਖਾਉਂਦੇ ਆ, ਪਿੰਡਾਂ ਦੇ ਵਿੱਚ ਸਾਡਾ ਜਿਹੜਾ ਕੰਟੈਂਟ ਮੇਰਾ ਲੋਕ ਸਮਝਦੇ ਆ ਕਿ ਗਲੀਆਂ ਮਹੱਲੇ ਬਾਜ਼ਾਰ ਦਿਖਾਉਣਾ ਨਹੀਂ, ਮੇਰਾ ਮਤਲਬ ਪਿਛੋਕੜ ਦਿਖਾਉਣਾ। ਕਿਉਂਕਿ ਮੇਰੀ ਹਰ ਵੀਡੀਓ ਹਰ ਪਿੰਡ ਦੀ ਡਾਕੂਮੈਂਟਰੀ ਦੇ ਵਿੱਚ ਇਹ ਜ਼ਿਆਦਾ ਫੋਕਸ ਹੁੰਦਾ, ਇਸ ਚੀਜ਼ ਨੂੰ ਜ਼ਿਆਦਾ ਦੱਸਿਆ ਜਾਂਦਾ ਵਾ ਕਿ ਇਸ ਪਿੰਡ ਦੇ ਵਿੱਚ ਜਿਹੜੇ ਲੋਕ ਆਏ ਆ, ਜਿਹੜੀਆਂ ਬਰਾਦਰੀਆਂ, ਉਹ ਚੜ੍ਹਦੇ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਈਆਂ, ਕਿਹੜੇ ਕਿਹੜੇ ਪਿੰਡ ਤੋਂ ਆਈਆਂ। ਜਦੋਂ ਇਹ ਚੀਜ਼ਾਂ ਮੈਂ ਹਾਈਲਾਈਟ ਕਰਦਾ, ਜਦੋਂ ਇਹ ਚੀਜ਼ਾਂ ਮੈਂ ਮੈਂਸ਼ਨ ਕਰਦਾ ਵਾਂ, ਅਤੇ ਫਿਰ ਉਹ ਚੜ੍ਹਦੇ ਪੰਜਾਬ 'ਚ ਹੁਣ ਅਲਹਮਦੁਲਿਲਾ ਇੰਨੀ ਕੁ ਮਤਲਬ ਆਪਣੇ ਡਿਸਕਵਰ ਪੰਜਾਬ ਨੂੰ ਕਿ ਬਜ਼ੁਰਗ ਦਾ ਇੱਕ ਇੰਟਰਵਿਊ ਪਾ ਦੇਵਾਂ ਨਾ ਕਿ ਬਜ਼ੁਰਗੋ ਤੁਸੀਂ ਕਿੱਥੋਂ ਆਏ ਹੋ, ਉਹ ਦੱਸਦੇ ਕਿ ਮੈਂ ਫਾਰ ਐਗਜ਼ਾਮਪਲ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਦੇ ਪਿੰਡ ਨਸੀਰੇ ਵਾਲਾ ਤੋਂ ਆਇਆ ਜਾਂ ਕਮਾਲਕੇ ਤੋਂ ਆਇਆ। ਅਤੇ ਮੈਨੂੰ ਆਪਣੇ ਚੈਨਲ 'ਤੇ ਇੰਨਾ ਯਕੀਨ ਆ ਕਿ ਓਨਲੀ ਸਿਰਫ 2 ਘੰਟਿਆਂ ਬਾਅਦ ਇਹ ਜਿਹੜੀ ਮੇਰੀ ਵੀਡੀਓ ਬਾਬੇ ਦੇ ਲਫ਼ਜ਼ ਮੂੰਹ 'ਚੋਂ ਨਿਕਲੇ ਹੋਏ ਉਸ ਪਿੰਡ ਚੜ੍ਹਦੇ ਪੰਜਾਬ 'ਚ ਸਿਰਫ 2 ਘੰਟਿਆਂ 'ਚ ਪਹੁੰਚ ਜਾਣਗੇ। ਸਿਰਫ 2 ਘੰਟਿਆਂ 'ਚ ਉਹ ਵੀਡੀਓ ਉਹ ਨਸੀਰੇ ਵਾਲਾ ਪਿੰਡ ਇੰਡੀਆ ਦੇ ਵਿੱਚ ਹੋਏਗੀ, ਚਾਹੇ ਕੋਈ ਲੁਧਿਆਣੇ ਦਾ ਪਿੰਡ ਹੋਵੇ, ਚਾਹੇ ਜਲੰਧਰ ਦਾ ਪਿੰਡ ਹੋਵੇ, ਚਾਹੇ ਫਾਜ਼ਿਲਕਾ ਦਾ ਪਿੰਡ ਹੋਵੇ, ਚਾਹੇ ਕਿਸੇ ਵੀ ਚੜ੍ਹਦੇ ਪੰਜਾਬ ਦਾ ਪਿੰਡ ਹੋਵੇ, ਅਤੇ ਮੇਰੀ ਵੀਡੀਓ 2 ਘੰਟਿਆਂ 'ਚ ਪਹੁੰਚ ਜਾਏਗੀ। ਤੇ ਪਹਿਲੀ ਵੀਡੀਓ ਹਾਦਸਾਤੀ ਬਣੀ ਸੀ ਜਾਂ ਕੋਈ ਪਲਾਨ ਦੇ ਨਾਲ ਬਣੀ ਸੀ? ਨਹੀਂ ਜੀ, ਇਹ ਸ਼ੁਰੂ ਤੋਂ ਮੇਰਾ ਪਲਾਨ ਸੀ, ਹਾਦਸਾਤੀ ਨਹੀਂ ਕਹਿ ਸਕਦੇ ਇਹਨੂੰ। ਕਿ ਪਹਿਲੇ ਤਾਂ ਇਹ ਕਿ ਜਿਹੜੇ ਮੈਂ ਅਗਰ ਕਹਿਣਾ, ਮੈਂ ਇਹ ਗੱਲ ਕਰਦਾ ਕਿ ਜਿਹੜੇ ਆਪਣੇ ਵੱਡ ਵਡੇਰਿਆਂ ਜਾਂ ਆਪਣੇ ਬਜ਼ੁਰਗਾਂ ਕੋਲੋਂ ਜਾਂ ਆਪਣੇ ਬਾਬਿਆਂ ਕੋਲੋਂ ਬਹਿੰਦੇ ਲੋਕ ਆ ਨਾ, ਜਿਹੜੇ ਬੈਠਦੇ ਲੋਕ ਆ, ਉਹਨਾਂ ਨੂੰ ਆਪਣੇ ਪਿਛੋਕੜ ਨਾਲ ਪਿਆਰ ਹੈ ਹੀ ਆ। ਮੈਂ ਅਕਸਰ ਇਹ ਗੱਲ ਕਰਦਾ ਕਿ ਆਪਣਾ ਪਿਛੋਕੜ ਭੁੱਲ ਜਾਣਾ, ਆਪਣੀ ਜੱਦ ਭੁੱਲ ਜਾਣਾ, ਆਪਣੀ ਉਨਸ ਭੁੱਲ ਜਾਣਾ, ਅਤੇ ਆਪਣਾ ਪਿਆਰ ਭੁੱਲ ਜਾਣਾ। ਉਹ ਇਸ ਤਰ੍ਹਾਂ ਕਿ ਅਸੀਂ ਘੱਟ ਤੋਂ ਘੱਟ ਸਾਨੂੰ ਇੱਥੇ ਆਇਆਂ ਨੂੰ 79 ਸਾਲ ਹੋਏ ਆ, ਅਤੇ ਸਾਡੀ ਘੱਟ ਤੋਂ ਵੱਧ ਸਾਡਾ ਇੱਥੇ ਦਾਦਾ ਦੱਬਿਆ ਹੋਊਗਾ, ਹੋ ਸਕਦਾ ਕਿਸੇ ਦਾ ਪੜਦਾਦਾ ਇੱਥੇ ਦੱਬਿਆ ਹੋਵੇ। ਅਤੇ ਬਾਕੀ ਸਾਰੀ ਜਿਹੜੀ ਜੱਦ ਆ, ਸਾਡੀ ਜੱਦ ਆ, ਉਹ ਕਿੱਥੇ ਦੱਬੀ? ਅਸੀਂ ਅਗਰ ਚੜ੍ਹਦੇ ਪੰਜਾਬ, ਹਾਂਜੀ, ਅਗਰ ਅਸੀਂ ਲੁਧਿਆਣੇ ਦੇ ਹਾਂ ਜਾਂ ਫਿਰੋਜ਼ਪੁਰ ਦੇ ਹਾਂ ਜਾਂ ਅਸੀਂ ਜਲੰਧਰ ਦੇ ਹਾਂ ਜਾਂ ਅਸੀਂ ਅੰਮ੍ਰਿਤਸਰ ਦੇ ਹਾਂ, ਅਤੇ ਸਾਡੀ ਸਾਰੀ ਜੱਦ ਉੱਥੇ ਦੱਬੀ ਹੋਈ ਆ। ਅਤੇ ਅਸੀਂ ਉਹਨਾਂ ਨਾਲ ਦੇਖੋ ਸਾਡੀ ਬੇਵਫਾਈ ਕਿ ਅਸੀਂ ਉਹ ਥਾਂ ਹੀ ਭੁੱਲਦੇ ਜਾਂਦੇ ਕਿ ਉਹ ਸਾਡੀ ਜਿਹੜੀ ਨਸਲ ਆ ਪੂਰੀ ਉਹ ਕਿੱਥੇ ਦੱਬੀ ਹੋਈ ਆ। ਅਤੇ ਇਹਦਾ ਸਿਰਾ ਜਾਂਦਾ ਕਿ ਅਸੀਂ ਆਪਣੇ ਵੱਡਿਆਂ ਕੋਲੋਂ, ਮੈਂ ਆਪਣੀ ਦਾਦੀ ਦੇ ਕੋਲੋਂ ਬੜੇ ਕਿੱਸੇ ਸੁਣਦਾ ਹੁੰਦਾ ਸੀ। ਮੇਰੀ ਦਾਦੀ ਦੀ ਵੀ ਇੱਕ ਬੜੀ ਦਰਦਨਾਕ ਕਹਾਣੀ ਆ। ਉਹਨਾਂ ਦੀ ਫੈਮਿਲੀ ਦੇ ਵਿੱਚੋਂ ਵੀ ਕੁਛ, ਉਹਨਾਂ ਦੀ ਸਿਸਟਰ ਵੀ ਵੱਢੀ ਗਈ ਸੀ, ਅਤੇ ਬੜੇ ਮੁਸ਼ਕਿਲ ਹਾਲਾਤ ਨਾਲ ਉਹ ਇੱਧਰ ਆਏ, ਅਤੇ ਉਹਨਾਂ ਕੋਲ ਮੈਂ ਅਕਸਰ ਸੁਣਦਾ ਹੁੰਦਾ ਸੀ। ਉਹ ਅਸੀਂ ਉਸ ਟਾਈਮ ਕਿੱਸੇ ਕਹਾਣੀਆਂ ਸਮਝ ਕੇ ਇੰਟਰਟੇਨਮੈਂਟ ਵਾਸਤੇ ਜਿਵੇਂ ਬਾਤ ਸੁਣਾ, ਉਹ ਚੀਜ਼ ਸਮਝਦੇ ਸੀ। ਲੇਕਿਨ ਉਹ ਦਾਦੀ ਆਪਣੇ ਦਿਲ ਦਾ ਦੁੱਖ ਸੁਣਾਉਂਦੀ ਹੁੰਦੀ ਸੀ, ਉਹ ਸਾਨੂੰ ਅੰਦਰਲਾ ਮਤਲਬ ਦਰਦ ਦੱਸਦੀ ਹੁੰਦੀ ਸੀ। ਲੇਕਿਨ ਉਸ ਟਾਈਮ ਅਸੀਂ ਫੀਲਿੰਗ ਨਹੀਂ ਕਰਦੇ ਸੀ। ਜੋ ਹੀ ਹੋਸ਼ ਸੰਭਾਲੀ ਅਤੇ ਉਹ ਫੀਲਿੰਗ ਫਿਰ ਸਾਡੇ ਸਾਹਮਣੇ ਆਈ। ਤੁਸੀਂ ਵੀਡੀਓ ਬਣਾਉਣੀ ਕਿਸ ਤਰ੍ਹਾਂ ਸਟਾਰਟ ਕੀਤੀ? ਮੇਰੇ ਇੱਥੇ ਚਾਚੂ ਜੀ ਵੀ ਆ, ਉਹ ਕਾਫੀ ਮਤਲਬ ਨੌਲੇਜ ਰੱਖਦੇ ਆ, ਅਤੇ ਉਹਨਾਂ ਨੇ ਨਾ ਮੇਰੇ ਪਿੰਡ ਚੱਕ 5812 ਮੇਰੇ ਪਿੰਡ ਦੇ ਬਾਰੇ ਮੈਨੂੰ ਇਨਫੋਰਮੇਸ਼ਨ ਦਿੱਤੀ ਕੁਛ, ਕਿ ਆਪਣੇ ਪਿੰਡ ਦੇ ਵਿੱਚ ਇੰਨਾ ਰਕਬਾ, ਇੰਨੇ ਜੱਟ, ਮਤਲਬ ਇੰਨਾ ਨੰਬਰਦਾਰ ਆ। ਪਹਿਲੇ ਕੀ ਸੀ ਨਾਂ ਇਹਦਾ, ਮਤਲਬ ਸਾਡੇ ਚੱਕ ਦਾ ਨਾਮ ਚੱਕ ਹੀਰਾ ਸੀ। ਇਹ ਚੀਜ਼ਾਂ ਮੈਨੂੰ ਸ਼ੌਕ ਹੋਇਆ ਕਿ ਮੈਂ ਆਪਣੇ ਪਿੰਡ ਦੀ ਵੀਡੀਓ ਕਿਉਂ ਨਾ ਬਣਾਵਾਂ। ਉਹ ਮੈਂ ਵੀਡੀਓ ਬਣਾਈ ਆਪਣੇ ਪਿੰਡ ਦੀ, ਅਤੇ ਦੂਸਰੀਆਂ ਵੀਡੀਓ ਦੇ ਬਨਿਸਬਤ ਉਹ ਥੋੜ੍ਹੇ ਜਿਹੇ ਉਹਦੇ ਵਿਊਜ਼ ਅੱਛੇ ਆ ਗਏ। ਫਿਰ ਉਸ ਤੋਂ ਬਾਅਦ ਇੱਕ ਮੈਂ ਵੀਡੀਓ ਦੇਖੀ ਸੀ, ਇੱਕ 69 ਦਾ ਇੱਕ ਬਾਬਾ ਸੀ, ਸਾਡੇ ਨਾਲ ਗੁਆਂਢੀ ਲੱਗਦਾ ਪਿੰਡ ਆ, ਅਤੇ ਉਹ ਇੰਟਰਵਿਊ 'ਚ ਦੱਸ ਰਿਹਾ ਸੀ ਕਿ ਮੇਰਾ ਜਿਹੜਾ ਪਿੰਡ ਆ 69 ਆ, ਮੈਂ ਇਹਨੂੰ ਬੜਾ ਯਾਦ ਕਰਦਾ। ਅਤੇ ਉਹਨੇ ਉੱਥੋਂ 69 ਦੇ ਨਾ ਕੁਛ ਬੰਦਿਆਂ ਦੇ ਨਾਮ ਵੀ ਲਏ ਕਿ ਮੇਰੇ ਇਹ ਸੱਜਣ ਸੀ, ਇਹ ਮਿੱਤਰ ਸੀ। ਅਤੇ ਮੈਂ ਉਹਨੂੰ ਇੰਨਾ ਯਾਦ, ਉਸ ਗਲੀਆਂ ਇੰਨੀਆਂ ਯਾਦ ਆ ਕਿ ਮੈਂ ਉਹ ਹੱਥ ਦੇ ਨਾਲ ਆਪਣਾ ਜਿਹੜਾ ਨਾ ਨਕਸ਼ਾ ਬਣਾ ਸਕਦਾ ਹੱਥ 'ਤੇ। ਹਾਂਜੀ, ਉਸ ਪਿੰਡ ਦਾ ਪੂਰੇ ਦਾ। ਅਤੇ ਉਹ ਜਦੋਂ ਮੈਂ ਸੁਣਿਆ ਤਾਂ ਮੈਨੂੰ ਬੜਾ ਸ਼ੌਕ, ਅਤੇ ਮੈਂ ਗਿਆ, ਅਤੇ ਉਹ ਵੇਖੋ ਕੁਦਰਤੀ ਇਤਫਾਕਨ ਉਹ ਮੈਨੂੰ ਉਹ ਬਜ਼ੁਰਗ ਮਿਲ ਗਏ। ਜਦੋਂ ਬਜ਼ੁਰਗ ਮਿਲੇ, ਉਹ ਕਹਿੰਦੇ ਜੀ ਬਾਬਾ ਅਸੀਂ ਵੀ ਸੁਣੀ ਵੀਡੀਓ, ਸਾਡੇ ਅੱਬਿਆਂ ਦੇ ਨਾਂ ਲੈਂਦਾ। ਉਹ ਮੇਰੀ ਬੜੀ ਵੀਡੀਓ ਵਾਇਰਲ ਹੋਈ। ਬਸ ਫਿਰ ਇਸ ਤੋਂ ਬਾਅਦ
ਬਾਅਦ ਮੈਂ ਮਤਲਬ ਸਟਾਰਟ ਕਰ ਦਿੱਤਾ ਤੇ ਮੇਰਾ ਮਤਲਬ ਕੰਟੈਂਟ ਇਹੀ ਹੁੰਦਾ ਵਾ ਕਿ ਮਤਲਬ ਕੋਈ ਵੀ ਜਿਹੜੇ ਹਰ ਪਿੰਡ ਦੇ ਵਿੱਚ ਬਰਾਦਰੀਆਂ ਬੈਠੀਆਂ ਉਹਨਾਂ ਦਾ ਪਿਛਲਾ ਪਿਛੋਕੜਲਾ ਉਹਨਾਂ ਦਾ ਪਿਛਲਾ ਦਿਨਾਂ ਕੀ ਆ, ਪਿੰਡ ਕਿਹੜਾ, ਜਦੋਂ ਮੈਂ ਪਿੰਡ ਦੱਸਦਾ ਵਾਂ ਤੇ ਫਿਰ ਜਦੋਂ ਇੰਡੀਆ ਦੇ ਵਿੱਚ ਉਸ ਪਿੰਡ ਦੇ ਵਿੱਚੋਂ ਕਮੈਂਟ ਆਉਂਦੇ ਕਿ ਬਾਈ ਜੀ ਇਹ ਜਿਹੜੀ ਬਰਾਦਰੀ ਆ ਇਹ ਸਾਡੇ ਪਿੰਡ ਉੱਠ ਕੇ ਗਈ ਆ। ਇਹ ਬਈ ਬੜੀਆਂ ਵੀਡੀਓ ਬਣਾਈਆਂ ਹੁਣ ਤੱਕ, ਸਭ ਤੋਂ ਮੁਸ਼ਕਲ ਵੀਡੀਓ ਕਿਹੜੀ ਸੀ? ਬਹੁਤ ਮੁਸ਼ਕਲ ਵੀ ਇੱਕ ਨਹੀਂ ਕੁਛ ਕਾਫੀ ਸਾਰੀਆਂ ਹੈ ਆ ਤੇ ਮਤਲਬ ਕੁਛ ਯਾਦ ਵੀ ਨਹੀਂ ਹੈ, ਕੁਛ ਯਾਦ ਵੀ ਹੈ। ਸਭ ਤੋਂ ਦੂਰ ਜਿਹੜੀ ਵੀਡੀਓ ਬਣਾਈ ਗਈ ਪੰਜਾਬ 'ਚ ਰਹਿ ਕੇ ਉਹ ਕਿਹੜੀ ਸੀ? ਗੁਜਰਾਤ, ਜ਼ਿਲ੍ਹਾ ਗੁਜਰਾਤ ਦੇ ਵਿੱਚ, ਤੇ ਉਹ ਅਸੀਂ ਇਹਨਾਂ ਦੇ ਕਹਿਣ ਤੇ ਬਣਾਈ ਸੀ। ਉਹ ਅਮਰੀਕਾ ਦੇ ਵਿੱਚੋਂ ਇੱਕ ਸਰਦਾਰ ਸਨੀ ਸਿੰਘ ਗੋਤੜਾ ਸੀ, ਉਧਰ ਜ਼ਿਆਦਾ ਗੋਤੜਾ ਇੱਕ ਜਿਸ ਤਰ੍ਹਾਂ ਆਪਣੇ ਬਰਾਦਰੀਆਂ ਬੈਠੀਆਂ ਜੱਟ ਗੁੱਜਰ ਇਹ ਗੋਤ ਆ ਗੋਤੜਾ ਤੇ ਸਨੀ ਸਿੰਘ ਗੋਤੜਾ ਦੇ ਮੈਂ ਕਹਿਣ ਤੇ ਪਿੰਡ ਬਖਣਾ ਵਾਲੀ ਦੇ ਵਿੱਚ ਆਪਣਿਆ ਸੀ, ਉਹ ਜ਼ਿਲ੍ਹਾ ਗੁਜਰਾਤ ਦੇ ਕਿੰਨੇ ਵਿੱਚ ਦਿਨ ਲੱਗੇ? ਤਕਰੀਬਨ 3 ਦਿਨ ਲੱਗੇ ਸੀ। ਫਿਰ ਉਹ ਸਰਦਾਰ ਸਾਹਿਬ ਨੇ ਜਿਹੜਾ ਪਿੰਡ ਦੱਸਿਆ ਸੀ ਨਾ, ਉਹ ਪਿੰਡ ਵੀ ਨਹੀਂ ਸੀ, ਉਹ ਮਤਲਬ ਉੱਥੇ ਬਖਣਾ ਵਾਲੀ ਦੇ ਬਲਕਿ ਪੂਰੇ ਪੰਜਾਬ ਦੇ ਵਿੱਚ ਬਖਣਾ ਵਾਲੀ ਦੇ ਸਿਰਫ 2 ਪਿੰਡ। ਉਹ ਸਭ ਤੋਂ ਇੰਟਰਸਟਿੰਗ ਗੱਲ ਇਹ ਕਿ ਅਸੀਂ ਜਦੋਂ ਉਸ ਪਿੰਡ ਦੇ ਵਿੱਚ ਪਹੁੰਚੇ ਤੇ ਜਦੋਂ ਅਸੀਂ ਉਹਦੇ ਦਾਦਾ ਜੀ ਦਾ ਨਾਮ ਪੁੱਛਿਆ ਤੇ ਉਹ ਸਾਨੂੰ ਇੱਕ ਬਜ਼ੁਰਗ ਜਿਹੜਾ ਟੱਕਰਿਆ ਨਾ 100 ਸਾਲ ਤੋਂ ਉਮਰ ਜ਼ਿਆਦਾ ਸੀ, ਉਹਦੇ ਦਾਦਾ ਜੀ ਦਾ ਬੜਾ ਮਿੱਤਰ ਸੀ ਤੇ ਉਹਨੇ ਫਿਰ ਉਹਨਾਂ ਦੀ ਖੋਜ ਲਾ ਲਈ। ਫਿਰ ਉਹਨੇ ਅਗਲੀ ਗੱਲ ਤੇ ਸਾਰੀ ਉਹਨੂੰ ਦੱਸੀ, ਉਹਨੇ ਬੜੀਆਂ ਗੱਲਾਂ ਸੁਣਾਈਆਂ ਕਿ ਇਸ ਤਰ੍ਹਾਂ ਮਤਲਬ ਉਹ ਫਿਰ ਅਸੀਂ ਰਾਬਤਾ ਸੀ ਸਾਨੂੰ, ਅਸੀਂ ਉਹਨਾਂ ਜਦੋਂ ਕਾਲ ਕੀਤੀ ਤੇ ਉਹ ਬਿਲਕੁਲ ਕਹਿੰਦੇ ਇਸ ਤਰ੍ਹਾਂ ਹੀ ਸੀ ਤੇ ਬਾਕੀ ਸਾਰੀ ਉਹਨਾਂ ਨੇ ਗੱਲ ਦੱਸੀ। ਜ਼ਿਆਦਾ ਮਜ਼ੇਦਾਰ ਪਿੰਡ ਕਿਹੜਾ ਲੱਗਿਆ? ਸਭ ਤੋਂ ਮਜ਼ੇਦਾਰ ਪਿੰਡ, ਸਾਰੇ ਮਜ਼ੇਦਾਰ ਪਿੰਡ ਹੁੰਦੇ ਜੀ ਤੇ ਮਜ਼ੇਦਾਰ ਪਿੰਡ ਸਾਨੂੰ ਉਹੀ ਲੱਗਦਾ ਵਾ ਜਦੋਂ ਕੋਈ ਸਾਨੂੰ ਚੜ੍ਹਦੇ ਪੰਜਾਬ ਚੋਂ ਕਵੇ ਕਿ ਸਾਡੇ ਪੁਰਖਾਂ ਦਾ, ਸਾਡੇ ਬਜ਼ੁਰਗਾਂ ਦਾ, ਸਾਡੇ ਵੱਡ ਵਡੇਰਿਆਂ ਦਾ ਪਿੰਡ ਦਿਖਾਓ। ਤੇ ਜਦੋਂ ਅਸੀਂ ਉਸ ਪਿੰਡ ਦੇ ਵਿੱਚ ਪਹੁੰਚਦੇ ਆ ਨਾ, ਜਦੋਂ ਕੋਈ ਉਹਦੇ ਜਾਣਨ ਵਾਲਾ ਲੱਭਦਾ ਜਾਂ ਫਿਰ ਉਹਦੇ ਦੱਸੀ ਹੋਈ ਨਿਸ਼ਾਨੀ ਲੱਭਦੀ, ਫਿਰ ਸਾਨੂੰ ਅਸੀਂ ਕਹਿੰਦੇ ਕਿ ਸਭ ਤੋਂ ਜ਼ਿਆਦਾ ਪਿੰਡ ਮਜ਼ੇਦਾਰ ਇਹ ਆ। ਸਾਨੂੰ ਗੱਦੋਗੀ ਪਿੰਡ, ਜ਼ਿਲ੍ਹਾ ਕਸੂਰ ਦੇ ਵਿੱਚ ਗੱਦੋਗੀ ਪਿੰਡ ਪੈਂਦਾ ਵਾ, ਬਿਲਕੁਲ ਬਾਰਡਰ ਦੇ ਉੱਤੇ। ਉਸ ਪਿੰਡ ਦੇ ਵਿੱਚ ਅਸੀਂ ਗਏ ਸੀ ਤੇ ਉਧਰ ਚੜ੍ਹਦੇ ਪੰਜਾਬ ਵਾਲੇ ਪਾਸੇ ਭਾਈ ਗੁੜ ਵੇਚ ਰਿਹਾ ਸੀ, ਗੁੜ ਲੈ ਲਓ ਤੇ ਸਾਨੂੰ ਆਵਾਜ਼ ਆ ਰਹੀ ਸੀ ਇੱਧਰ ਵੀ ਮਤਲਬ ਗੁੜ ਜਿਵੇਂ ਸਾਡੇ ਇੱਥੇ ਫੇਰੀ ਵਾਲੇ ਵੇਚਦੇ ਆ। ਸਭ ਤੋਂ ਜ਼ਿਆਦਾ ਬਾਕੀਆਤ ਜਿਹੜੀ ਪੁਰਾਣੀ ਆਪਣੀ ਪਾਰਟੀਸ਼ਨ ਤੋਂ ਪਹਿਲੇ ਦੀ ਆ, ਕਿਹੜੇ ਪਿੰਡ 'ਚ ਲੱਭੀ ਤੁਹਾਨੂੰ? ਪਿੰਡ ਪਡਾਣਾ। ਉਹ ਕਿਹੜੇ ਜ਼ਿਲ੍ਹੇ 'ਚ ਪੈਂਦਾ? ਜ਼ਿਲ੍ਹਾ ਲਾਹੌਰ ਦਾ ਆਖਰੀ ਪਿੰਡ ਆ, ਬਿਲਕੁਲ ਬਾਰਡਰ ਦੇ ਉੱਤੇ ਪਿੰਡ ਆ। ਮੈਂ ਕਹਿੰਦਾ ਕਿ ਅਗਰ ਲਾਹੌਰ ਦੀ ਤਾਰੀਖ ਦੇ ਵਿੱਚ, ਲਾਹੌਰ ਦੇ ਇਤਿਹਾਸ ਦੇ ਵਿੱਚ ਸਭ ਤੋਂ ਤਾਰੀਖੀ ਔਰ ਸਭ ਤੋਂ ਇਤਿਹਾਸਿਕ ਪਿੰਡ ਆ ਤੇ ਉਹ ਪਿੰਡ ਪਡਾਣਾ। ਮਹਾਰਾਜਾ ਰਣਜੀਤ ਸਿੰਘ ਦਾ ਸਾਂਢੂ ਸੀ, ਜਵਾਲਾ ਸਿੰਘ ਸੰਧੂ, ਉਹਦੀ ਹਵੇਲੀ, ਮਤਲਬ ਉਸ ਟਾਈਮ ਉੱਥੇ ਮੰਡੀ ਵੀ ਲੱਗਦੀ ਹੁੰਦੀ ਸੀ, ਉਹਦੀ ਮਤਲਬ ਬੜਾ ਉਹਦਾ ਇਤਿਹਾਸ ਉਸ ਪਿੰਡ ਦਾ। ਬਈ ਇੰਨੀ ਇਨਫੋਰਮੇਸ਼ਨ ਕਿਵੇਂ ਇਕੱਠੀ ਕਰਦੇ? ਜਦੋਂ ਸਾਡਾ ਇਹ ਕੰਮ ਆ ਫਿਰ ਇੰਨੀ ਇਨਫੋਰਮੇਸ਼ਨ ਆਟੋਮੈਟਿਕਲੀ ਸਾਡੇ ਜ਼ਿਹਨ ਦੇ ਵਿੱਚ ਵੜ ਜਾਂਦੀ ਆ। ਕੁਛ ਜਿਹੜੀ ਸਾਨੂੰ ਇਨਫੋਰਮੇਸ਼ਨ ਨਹੀਂ ਹੁੰਦੀ, ਜਿਸ ਤਰ੍ਹਾਂ ਕਿ ਉੱਥੇ ਨਾਲ ਪਿੰਡ ਹੈਗਾ ਵਾ ਕਿਲ੍ਹਾ ਜੀਵਨ ਸਿੰਘ। ਤੁਹਾਨੂੰ ਇਨਫੋਰਮੇਸ਼ਨ ਦਾ ਮੈਂ ਸਵਾਲ ਦਾ ਜਵਾਬ ਦੇਣ ਲੱਗਾ ਕਿ ਇਨਫੋਰਮੇਸ਼ਨ ਕਿਸ ਤਰ੍ਹਾਂ ਲੱਭਦੀ। ਪਹਿਲੇ ਕਿਲ੍ਹਾ ਜੀਵਨ ਸਿੰਘ ਗਏ ਅਸੀਂ, ਪਹਿਲੇ ਜਿਹੜੀ ਇਨਫੋਰਮੇਸ਼ਨ ਉਹ ਗੂਗਲ ਤੋਂ ਲੱਭਦੇ ਰਹੇ, ਠੀਕ ਹੈ, ਕਿ ਕਿਲ੍ਹਾ ਜੀਵਨ ਸਿੰਘ ਕਿਹਨੇ ਬਣਾਇਆ, ਕੀ ਹਿਸਾਬ ਕਿਤਾਬ ਦਾ। ਗੂਗਲ ਤੋਂ ਲੱਭੀ, ਕੁਛ ਹੋਰ ਦੋਸਤਾਂ ਕੋਲ ਇਨਫੋਰਮੇਸ਼ਨ ਇਕੱਠੀ ਕੀਤੀ, ਉਸ ਦੀ ਅਸੀਂ ਵੀਡੀਓ ਬਣਾ ਦਿੱਤੀ। ਤੁਹਾਨੂੰ ਜ਼ਿਆਦਾ ਰਿਕੁਐਸਟਾਂ ਕਿੱਥੋਂ ਆਉਂਦੀਆਂ, ਲਹਿੰਦੇ ਪੰਜਾਬ 'ਚੋਂ ਜਾਂ ਚੜ੍ਹਦੇ ਪੰਜਾਬ 'ਚੋਂ ਸਾਡਾ ਪਿੰਡ ਵਿਖਾਓ? ਮੈਨੂੰ ਜੀ ਸ਼ੁਰੂ ਤੋਂ ਤਾਂ ਨਾ ਪਾਕਿਸਤਾਨ 'ਚੋਂ ਆਉਂਦੀਆਂ ਸੀ, ਲੇਕਿਨ ਹੁਣ ਤਾਂ ਮੈਂ ਟੋਟਲੀ ਜਿਹੜਾ ਨਾ ਮੈਂ ਮਤਲਬ ਸਰਦਾਰ, ਮੈਂ ਤਾਂ ਕੰਮ ਹੀ ਮੇਰਾ ਕੰਟੈਂਟ ਹੀ ਪਿਛੋਕੜ ਦਿਖਾਉਣ ਦਾ, ਅਤੇ ਬਹੁਤ ਜ਼ਿਆਦਾ ਰਿਕੁਐਸਟ ਆਉਂਦੀਆਂ, ਬਹੁਤ ਜ਼ਿਆਦਾ। ਮੈਂ ਹਜੇ ਵੀ ਤੁਹਾਨੂੰ ਮੋਬਾਈਲ ਦਿਖਾ ਦੇਵਾਂ ਅਤੇ ਮੇਰੇ ਮਤਲਬ ਸੈਂਕੜਿਆਂ ਦੇ ਤਾਦਾਦ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮੈਂ ਮੈਸੇਜ ਰੀਡ ਨਹੀਂ ਕਰ ਸਕਦਾ, ਮੈਂ ਨਹੀਂ, ਉਹ ਵੀ ਚੜ੍ਹਦੇ ਪੰਜਾਬ 'ਚ ਹੀ ਆਉਂਦੇ ਆ। ਵੀ ਖਰਚਾ ਕਿਵੇਂ ਮੈਨੇਜ ਕਰਦੇ? ਖਰਚਾ ਬਸ ਇੱਕ ਸ਼ੌਕ ਆ ਤੇ ਇਹ ਬੜਾ ਤੁਸੀਂ ਜਿਹੜਾ ਨਾ ਇੱਕ ਸਵਾਲ ਪੁੱਛਿਆ ਵਾ, ਇਹ ਮੈਂ ਅਗਰ ਤੁਸੀਂ ਸੱਚ ਦੱਸਣਾ, ਅਗਰ ਤੁਸੀਂ ਬਸ ਇਹ ਦੋ ਤੇ ਫਿਰ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜੇ ਦੂਰ ਦੇ, ਜਿਸ ਤਰ੍ਹਾਂ ਅਸੀਂ ਗੁਜਰਾਤ ਗਏ ਹਾਂ, ਗੁਜਰਾਤ ਜਾਣ ਵਾਸਤੇ ਅਸੀਂ ਜਿਹੜਾ ਸਾਨੂੰ ਸਰਦਾਰ ਭੇਜਦਾ ਵਾ, ਅਸੀਂ ਉਹਦੇ ਕੋਲ ਹੀ ਅਖਰਾਜਾਤ, ਉਹਦੇ ਕੋਲ ਆਉਣ ਜਾਣ ਦਾ ਖਰਚਾ ਲੈਂਦੇ। ਗੁਜਰਾਤ ਜਾਣ ਦਾ 3 ਦਿਨ ਰਹਿ ਕਿੰਨਾ ਖਰਚਾ ਹੋਇਆ? ਬਸ ਜਿੰਨਾ ਕੋਈ ਦੇ ਦੇ ਜੀ, ਇਹ ਮੈਂ ਨਹੀਂ ਦੱਸਣਾ ਚਾਹੂੰਗਾ। ਤੁਹਾਡੇ ਕੋਲ ਬੜਾ ਮਹਿੰਗਾ ਕਿਸਮ ਦਾ ਡਰੋਨ ਹੈ? ਡਰੋਨ ਬਿਲਕੁਲ ਉਹ ਮਤਲਬ ਹਰ ਚੀਜ਼ ਹੀ ਮੈਨੇਜ ਕਰੀਦੀ ਆ, ਉਹਦੇ ਨਾਲ ਹੀ ਆਸਤਾ ਜਦੋਂ ਬੰਦਾ ਪਹਿਲੀ ਸੀੜੀ ਚੜ੍ਹਦਾ ਤੇ ਫਿਰ ਆਸਤਾ ਹਰ ਚੀਜ਼ ਬੰਦਾ ਡਿਵੈਲਪ ਕਰਦਾ। ਜਦੋਂ ਤੁਸੀਂ ਪਹਿਲੀ ਦਫਾ ਆਏ ਸੀ ਤੁਹਾਡੇ ਕੋਲ ਵੀ ਇੰਨਾ ਅੱਛਾ ਕੈਮਰਾ ਨਹੀਂ ਹੈਗਾ ਸੀ, ਹੁਣ ਤੁਸੀਂ 5.5 ਲੱਖ ਦਾ ਕੈਮਰਾ ਲਿਆ ਪੈਨਾਸੋਨਿਕ ਦਾ, ਤੇ ਇਸ ਤਰ੍ਹਾਂ ਹੀ ਹੈ ਨਾ, ਮਤਲਬ ਬੰਦਾ ਆਪਣੇ ਆਪ ਨੂੰ ਡਿਵੈਲਪ ਕਰਦਾ। ਆਪਾਂ ਤੁਸੀਂ ਇੰਨੀ ਟਰੈਵਲ ਕਰਕੇ ਜਾਂਦੇ ਹੋ
ਤੇ ਸਿਰਫ 5 ਮਿੰਟ ਦੀ ਵੀਡੀਓ ਬਣਾਉਂਦੇ ਹੋ, ਸਭ ਤੋਂ ਲੰਮੀ ਵੀਡੀਓ ਕਿਹੜੀ ਹੈ? ਹਾਂਜੀ, ਸਭ ਤੋਂ ਲੰਮੀ ਵੀਡੀਓ ਸਰ ਅੱਜ ਕੱਲ ਤੁਸੀਂ ਇਹ ਦੱਸੋ ਕਿ ਕਿਹਦੇ ਕੋਲ ਟਾਈਮ ਹੈਗਾ ਵਾ ਕਿ ਇਹ ਸਭ ਤੋਂ ਲੰਮੀ ਵੀਡੀਓ ਦੇਖੇ। ਹੁਣ ਮੈਂ ਸੋਚਿਆ ਕਿ ਚਲੋ ਆਪਣੇ ਰਿਕਾਰਡ ਦੇ ਮਤਲਬ ਇੱਕ ਰਿਕਾਰਡ ਬਣਾਉਂਦੇ ਆ, ਸਾਨੂੰ ਕੋਈ ਵਾਇਰਲ ਹੋਣ ਦਾ ਨਹੀਂ YouTube ਤੇ ਇੱਕ ਮਤਲਬ ਪਿੰਡ ਦਾ ਪੂਰਾ ਰਿਕਾਰਡ ਹੋਵੇ YouTube ਤੇ ਵੀਡੀਓ ਪਾਵਾਂ ਕਰਾਂਗਾ ਕੋਈ 10-15 ਮਿੰਟ ਦੀ। ਵਾਇਸ ਓਵਰ ਕਿੱਥੇ ਕਰਦੇ? ਵਾਇਸ ਓਵਰ ਮੈਂ ਆਪਣੇ ਮੋਬਾਈਲ ਤੇ ਹੀ ਕਰਦਾ ਜੀ। ਕਿੱਥੇ ਬਹਿ ਕੇ ਕਰਦੇ ਹੋ? ਨਹੀਂ ਜੀ, ਇਹ ਮਤਲਬ ਜਦੋਂ ਫ੍ਰੀ ਹੁੰਦਾ ਵਾਂ ਤੇ ਮੈਂ ਆਪਣੀ ਛੱਤ ਤੇ ਚਲਾ ਜਾਂਦਾ। ਤੁਹਾਡੀ ਇਹ ਆਵਾਜ਼ ਤੇ ਤੁਹਾਡੀ ਜਿਹੜੀ ਉਹ ਵਾਇਸ ਓਵਰ ਬੜਾ ਫਰਕ ਹੈ। ਨਹੀਂ ਜੀ, ਉਹ ਥੋੜਾ ਜਿਹਾ ਨਾ ਸਕੂਨ ਨਾਲ ਬੋਲੀਦਾ ਵਾ ਤੇ ਇਹ ਮਤਲਬ ਆਮ ਜਿਸ ਤਰ੍ਹਾਂ ਆਮ ਰੋਜ਼ਮਰਾ ਚ ਬੋਲੀਦਾ ਉਸ ਤਰ੍ਹਾਂ ਬੋਲ ਰਿਹਾ। ਤੁਹਾਨੂੰ ਫਰਕ ਲੱਗਦਾ, ਮੈਨੂੰ ਫਰਕ ਨਹੀਂ ਲੱਗਦਾ। ਜੋ ਟਾਈਮ ਕਿਵੇਂ ਕੱਢਦੇ ਹੋ? ਜ਼ਿਮੀਦਾਰਾ ਮੇਰਾ ਸ਼ੌਕ ਆ ਜੀ। ਇਹਦੇ ਵਿੱਚੋਂ ਟਾਈਮ ਕੱਢ ਕੇ ਜਾਣਾ ਬੜਾ ਔਖਾ ਕੰਮ। ਬਿਲਕੁਲ ਜੀ, ਬਹੁਤ ਮੁਸ਼ਕਲ ਕੰਮ ਆ। ਜਦੋਂ ਇੱਕ ਇਹਦਾ ਇਹ ਹਿਸਾਬ ਆ ਕਿ ਹੁਣ ਮੈਂ ਥੋੜਾ ਜਿਹਾ ਫਸਿਆ ਹੋਇਆ। ਜ਼ਿਮੀਦਾਰ ਉਹ ਜ਼ਿਮੀਦਾਰਾਂ ਨਹੀਂ ਰਹਿ ਗਿਆ ਕਿ ਬੰਦਾ 24 ਘੰਟੇ ਹੀ ਫਸਿਆ ਰਵੇ। ਹੁਣ ਇੱਕ ਟਾਈਮ ਆਂਦਾ, ਹੁਣ ਦੇਖੋ ਆ ਸਾਡੀ ਕਣਕ ਦਾ ਟਾਈਮ ਸੀ, ਇਹ ਕਣਕਾਂ ਨਿਕਲ ਗਈਆਂ, ਕਪਾਹ ਦਾ ਟਾਈਮ ਸੀ। 10 ਤੋਂ 15 ਦਿਨ ਜਿਹੜਾ ਨਾ ਉਹ ਹਰ ਜ਼ਿਮੀਦਾਰ ਬਹੁਤ ਬਿਜ਼ੀ ਰਹਿੰਦਾ। ਹੁਣ ਮੈਂ 10-15 ਦਿਨ ਮਸਲ ਮੈਂ ਬਿਜ਼ੀ ਹਾਂ। ਭਾਈ ਇੱਕ ਬੜਾ ਹੈਰਤ ਅੰਗੇਜ਼ ਸਵਾਲ ਮੇਰਾ, ਤੁਸੀਂ ਇੰਡੀਆ ਦੇ ਪਿੰਡ ਕਿਵੇਂ ਵਹਾ ਦਿੰਦੇ ਹੋ? ਉਧਰ ਤੇ ਜਾਇਆ ਹੀ ਨਹੀਂ ਜਾਂਦਾ। ਹਾਂਜੀ, ਇੰਡੀਆ ਦੇ ਵਿੱਚ ਨਾ ਜੀ ਕੋਈ ਵੀ ਚੀਜ਼ ਆ ਨਾ ਆਸਤਾ ਹੀ ਆ। ਇੰਡੀਆ ਦੇ ਵਿੱਚ ਹੁਣ ਮਤਲਬ ਆਸਤਾ ਲਿੰਕ ਬਣ ਜਾਂਦੇ ਆ। ਲਿੰਕ ਕਿਸ ਤਰ੍ਹਾਂ ਬਣਦੇ ਆ? ਫਿਰ ਜਿਸ ਤਰ੍ਹਾਂ ਕਿ ਮੈਂ ਪਿੰਡ ਦਿਖਾਉਂਦਾ ਵਾਂ, ਫਿਰ ਉਸ ਤਰ੍ਹਾਂ ਉੱਧਰੋਂ ਬਹੁਤ ਸਾਰੇ ਸਰਦਾਰ, ਜਿਸ ਤਰ੍ਹਾਂ ਕਿ ਮੇਰੇ ਪਿੰਡ ਦੇ ਲੋਕ ਜ਼ਿਆਦਾ ਜਿਹੜੇ ਆ ਫਿਰੋਜ਼ਪੁਰ ਦੇ ਆ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ, ਹੁਣ ਜ਼ਿਲ੍ਹਾ ਮੋਗਾ, ਤਹਿਸੀਲ ਧਰਮਕੋਟ 'ਚ। ਇਹ ਸਾਡੇ ਜਿਹੜੇ ਪਿੰਡ ਦੇ ਜ਼ਿਆਦਾ ਲੋਕ ਪਿੰਡ ਜੀਂਦੜਾ ਦੇ, ਪਿੰਡ ਇੰਦਗੜ੍ਹ ਦੇ, ਕਿਸ਼ਨਪੁਰ ਕਲਾਂ ਦੇ, ਇਹਨਾਂ ਪਿੰਡਾਂ ਦੇ, ਇਹ ਪਿੰਡ ਮੈਂ ਸਾਰੇ ਤਕਰੀਬਨ ਦਿਖਾਏ ਹੋਏ ਆ ਆਪਣੇ ਪਿੰਡ ਵਾਲਿਆਂ ਨੂੰ। ਫਿਰ ਉਹ ਇਸ ਤਰ੍ਹਾਂ ਕਿ ਉਸ ਪਿੰਡ ਦੇ ਵਿੱਚੋਂ ਹੀ ਜਿਸ ਤਰ੍ਹਾਂ ਕੋਈ ਰਾਬਤਾ ਕਰੇ ਮੇਰੇ ਨਾਲ ਤੇ ਮੈਂ ਕਹਿੰਦਾ ਹੁੰਦਾ ਯਾਰ ਉਹ ਤੂੰ ਤੇਰੇ ਪਿੰਡ ਦੇ ਲੋਕ ਤੇ ਸਾਡੇ ਪਿੰਡ ਦੇ ਵਿੱਚ ਬੈਠੇ ਹੋਏ ਆ। ਮੈਂ ਪਿਛਲੇ ਦਿਨ ਵਿਸਾਖੀ ਮੇਲੇ ਤੇ ਇੱਕ ਵੀਡੀਓ ਬਣਾਈ ਸੀ। ਉਹਦੇ ਵਿੱਚ ਮੈਂ ਬਜ਼ੁਰਗਾਂ ਨੂੰ ਕਿਹਾ ਕਿ ਕਿਸ਼ਨਪੁਰ ਦੇ ਸਾਡੇ ਪਿੰਡ ਲੋਕ ਬੈਠੇ ਹੋਏ ਆ, ਇੰਨੀ ਮੈਂ ਗੱਲ ਕੀਤੀ। ਉਹ ਕਹਿੰਦਾ ਮੇਰੇ ਲਾਗੇ ਕਿਸ਼ਨਪੁਰ ਆ। ਮੈਂ ਕਿਸ਼ਨਪੁਰ ਦੇ ਸਾਡੇ ਪਿੰਡ ਵੀ ਬੈਠੀ। ਉਹ ਕਿਸ਼ਨਪੁਰ ਦੇ ਵਿੱਚੋਂ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਕਿੱਥੇ। ਕੱਲ੍ਹ ਫਿਰ ਮੈਂ ਨਾ ਗੱਲ ਕਰਾਈ ਕਿਸ਼ਨਪੁਰ ਦੇ ਲੋਕਾਂ ਨਾਲ ਤੇ ਫਿਰ ਉਹਦੇ ਬਾਅਦ ਮੇਰੇ ਇਸ ਤਰ੍ਹਾਂ ਮੁਸ਼ਕਿਲ ਨਹੀਂ ਹੋ ਜਾਂਦਾ। ਫਿਰ ਉਹ ਜਦੋਂ ਫੋਰਸ ਕਰੀਦਾ ਕਿ ਯਾਰ ਉਹ ਕਿਸ਼ਨਪੁਰ ਦੇ ਮਹੱਲੇ ਦੀ ਜਾਂ ਕਿਸ਼ਨਪੁਰ ਦੇ ਪਿੰਡ ਦੀ ਵੀਡੀਓ ਤੇ ਦੇ ਦੇ, ਉਹ ਫਿਰ ਮੈਨੂੰ ਵੀਡੀਓ WhatsApp ਵਾਇਸ ਓਵਰ ਤੁਸੀਂ ਕਰਦੇ? ਵਾਇਸ ਓਵਰ ਮੈਂ ਆਪ ਕਰ ਲੈਣਾ। ਸਿਕਿਉਰਿਟੀ ਥ੍ਰੈਡ ਨਹੀਂ ਆਉਂਦੇ? ਅਸੀਂ ਮਤਲਬ ਜੀ ਇਸ ਤਰ੍ਹਾਂ ਦਾ ਕੰਮ ਹੀ ਨਹੀਂ ਕਰੀਦਾ। ਬਿਲਕੁਲ ਮੁਹਤਾਤ ਰਹੀਦਾ ਵਾ ਕਿ ਜਿਹਦੇ ਵਿੱਚ ਸਾਡੇ ਸਭ ਤੋਂ ਵੱਡੀ ਚੀਜ਼, ਉੱਚੀ ਚੀਜ਼ ਸਾਡਾ ਮੁਲਕ ਆ। ਸਾਡਾ ਮੁਲਕ ਪਾਕਿਸਤਾਨ ਆ, ਠੀਕ ਆ। ਅਸੀਂ ਬਹੁਤ ਜ਼ਿਆਦਾ ਮੁਹਤਾਤ ਰਹੀਦਾ ਕਿ ਸਾਡੇ ਪਾਕਿਸਤਾਨ ਮੁਲਕ ਦਾ ਜਿਹੜਾ ਕਿਤੇ ਵੀ ਮੋਰਲ ਡਾਊਨ ਨਾ ਹੋਵੇ। ਹਮੇਸ਼ਾ ਇਹਦਾ ਮੋਰਲ ਜਿਹੜਾ ਅਸੀਂ ਉੱਚਾ ਕਰਨ ਦਾ ਹੀ ਸੋਚੀਦਾ ਵਾ। ਕੋਈ ਚੀਜ਼ ਐਸੀ ਨਹੀਂ ਅਸੀਂ ਮਤਲਬ ਸ਼ੇਅਰ ਕਰੀ ਦੀ ਜਿੱਥੋਂ ਸਾਨੂੰ ਪਛਤਾਵਾ ਹੋਵੇ ਕਿ ਅਸੀਂ ਗਲਤ ਕਰ ਦਿੱਤਾ। ਕਿੰਨੇ ਮਿੱਤਰ ਬਣ ਗਏ ਨੇ ਆਪਣੇ ਚੜ੍ਹਦੇ ਪੰਜਾਬ ਤੋਂ? ਕੋਈ ਨਹੀਂ ਜੀ, ਮੈਂ ਕਹਿ ਸਕਦਾ ਲੰਮੀ ਲਿਸਟ ਆ, ਲੇਕਿਨ ਵੱਡੇ ਨਾਮ ਹੀ ਬੰਦਾ ਨਾ ਚੀਜ਼ ਦੇ ਮਿੱਤਰ ਹੈਗੇ। ਜਿਸ ਤਰ੍ਹਾਂ ਕਿ ਮਤਲਬ ਮੈਂ ਨਾਮ ਨਹੀਂ ਲੈਣਾ ਚਾਹੂੰਗਾ, ਫਿਲਮ ਐਕਟਰ ਇਸ ਤਰ੍ਹਾਂ ਜਿਸ ਤਰ੍ਹਾਂ ਇਹਨੂੰ ਕਿਤੇ ਚੜ੍ਹਦੇ ਪੰਜਾਬ 'ਚ ਸਪਾਂਸਰਸ਼ਿਪ ਆਈ ਹੋਵੇ ਕਿ ਆਜੋ ਸਾਡੇ ਇੰਡੀਆ 'ਚ? ਬਹੁਤ ਜ਼ਿਆਦਾ ਜੀ। ਅਗਰ ਵੀਜ਼ੇ ਨਾ ਹੁੰਦੇ, ਅਗਰ ਜਿੱਦਾਂ ਤੁਸੀਂ ਸਵਾਲ ਕਰਦੇ ਪਏ ਮੈਨੂੰ ਕੋਈ ਚੱਕ ਨਾ ਲਵੇ। ਨਹੀਂ ਅਗਰ ਵੀਜ਼ੇ ਖੁੱਲੇ ਹੁੰਦੇ ਨਾ ਤੇ ਸ਼ਾਇਦ ਮੈਂ ਮਤਲਬ ਚੱਕਰ ਲਾ ਲੈਂਦਾ। ਸਪਾਂਸਰਸ਼ਿਪ ਦੇਖੋ ਜੀ, ਕੋਈ ਵੀ ਅਗਰ ਉਹ ਮਾਂ ਬੋਲੀ ਆਪਣੀ ਪੰਜਾਬੀ ਦੇ ਨਾਲ ਪਿਆਰ ਕਰਦੇ ਨਾ ਤੇ ਇਹਦਾ ਇਹ ਮਤਲਬ ਹੈ ਕੋਈ ਸਾਡੇ ਨਾਲ ਵੀ ਪਿਆਰ ਕਰਦੇ, ਠੀਕ ਆ। ਅਸੀਂ ਜੱਟ ਜ਼ਿਮੀਂਦਾਰ ਆ, ਉਹਨਾਂ ਵਾਸਤੇ ਕਿ ਪਤਾ ਨਹੀਂ ਕਿੰਨੀ ਸਟਰਗਲ ਕਰਦੇ। ਸਾਨੂੰ ਬਹੁਤ ਸਾਰੇ ਦੋਸਤ ਵੀ ਆ ਜਿਹੜੇ ਕਹਿੰਦੇ ਅਸੀਂ ਤੁਹਾਨੂੰ ਸਪਾਂਸਰਸ਼ਿਪ ਭੇਜਦੇ ਹਾਂ। ਅਗਰ ਜਾਣ ਦਾ ਮੌਕਾ ਮਿਲੇ ਚੜ੍ਹਦੇ ਪੰਜਾਬ 'ਚ ਤੇ ਕਿਹੜੇ ਪਿੰਡ ਜਾਣਾ ਪਸੰਦ ਕਰੋਗੇ? ਮੈਂ ਤੇ ਆਪਣੇ ਜੀ, ਜਿੱਥੇ ਮੇਰੇ ਵੱਡ ਵਡੇਰੇ ਮੇਰੇ ਵਾਸਤੇ ਉਹ ਜਗ੍ਹਾ ਕਿਸੇ ਵੱਡੀ ਜਗ੍ਹਾ ਤੋਂ ਘੱਟ ਨਹੀਂ ਹੈਗੇ ਜਿੱਥੇ ਮੇਰੀ ਨਸਲ ਦੱਬੀ ਹੋਈ ਆ। ਪੈਰਾਂ ਦੀਆਂ ਇਨ ਤੜੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਕਰੇ ਪਏ ਨੇ। ਜਿੱਥੋਂ ਜਿਹੜੀ ਜਗ੍ਹਾ ਨੂੰ ਮੇਰੇ ਬਾਬੇ, ਮੇਰੇ ਵੱਡ ਵਡੇਰੇ, ਮੇਰੇ ਪੁਰਖੇ ਯਾਦ ਕਰਦੇ ਉਸ ਜਗ੍ਹਾ ਨੂੰ ਦੇਖਣ ਦੀ ਤਾਂਘ ਲੈ ਕੇ ਤੜਪਦੇ ਇਸ ਦੁਨੀਆ ਤੋਂ ਚਲੇ ਗਏ ਆ ਤੇ ਮੈਂ ਉਸ ਜਗ੍ਹਾ 'ਤੇ ਕਿਉਂ ਨਾ ਜਾਊਂਗਾ। ਮੇਰਾ ਦਿਲ ਦੀ ਖੁਆਇਸ਼ ਆ ਕਿ ਇੱਕ ਦਫਾ ਉਹ ਮੈਂ ਜਗ੍ਹਾ ਜ਼ਰੂਰ ਦੇਖਾਂ। ਪਾਕਿਸਤਾਨ ਆਏ ਇੰਡੀਆ 'ਚ ਕਿੰਨੇ ਮਿੱਤਰਾਂ ਨੂੰ ਹੁਣ ਤੱਕ ਮਿਲ ਚੁੱਕੇ ਜਿਹੜੇ ਸਿੱਖ ਯਾਤਰੀ ਸਾਡੇ ਭਰਾ ਇੱਧਰ ਆਉਂਦੇ ਨੇ? ਬਹੁਤ ਸਾਰੇ ਜੀ, ਜਿਹੜੇ ਆਪਣੇ ਕੋਲ ਇੱਥੇ ਅਸਲ
ਉਹਨਾਂ ਦਾ ਪਿਆਰ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਕਹੂੰਗਾ ਕਿ ਉਹਨਾਂ ਦਾ ਪਿਆਰ ਤੇ ਤਾਂ ਹੀ ਆ ਕਿ ਜਿਹੜਾ ਸਾਡੇ ਇੰਨਾ ਸਫ਼ਰ ਕਰਕੇ ਸਾਡੇ ਪਿੰਡ ਦੇ ਵਿੱਚ ਮੈਨੂੰ ਮਿਲਣ ਆਵੇ ਨਾ ਜੀ। ਠੀਕ ਆ, ਕੁਛ ਆਏ ਆ ਪਿਛਲੇ ਨਵੰਬਰ ਦੇ ਵਿੱਚ ਮੇਰੇ ਖਿਆਲ ਚ ਆਏ ਕਿ ਸ਼ਾਇਦ ਇਹ ਅਸੀਂ ਬਹੁਤ ਸਾਰੇ ਜਿਹੜੇ ਚੜ੍ਹਦੇ ਪੰਜਾਬ ਚੋਂ ਮਿੱਤਰ ਆਏ ਉਹਨਾਂ ਕੋਲੋਂ ਜਿਸ ਤਰ੍ਹਾਂ ਤੁਸੀਂ ਮੇਰੇ ਮੂੰਹ ਅੱਗੇ ਮੈਂ ਕੀਤਾ ਇਸ ਤਰ੍ਹਾਂ ਹੀ ਮੈਂ ਕਰਕੇ ਪੁੱਛਿਆ ਸੀ ਕਿ ਤੁਸੀਂ ਸੱਚੀ ਗੱਲ ਦੱਸਣੀ ਆ। ਠੀਕ ਆ, ਕਿ ਤੁਸੀਂ ਇੱਧਰ ਜਿਹੜਾ ਤੁਸੀਂ ਉੱਧਰ ਗੋਦੀ ਮੀਡੀਆ ਦੇ ਕੋਲੋਂ ਜਿਹੜਾ ਇਹ ਲਫ਼ਜ਼ ਆਪਣੇ ਮਤਲਬ ਸੁਣੇ ਵੀ ਅਸੀਂ ਬਹੁਤ ਬੁਰੇ ਹਾਂ ਤੇ ਫਲਾਣ ਤੇ ਟੀਨ, ਤੁਸੀਂ ਦੱਸੋ। ਉਹ ਯਕੀਨ ਕਰੋ ਬਹੁਤ ਸਾਰੀਆਂ ਵੀਡੀਓ ਐਸੀਆਂ ਵਾ ਜਿਸ 'ਚ ਉਹ ਲੋਕ ਰੋਂਦੇ ਆ, ਉਹ ਕਹਿੰਦੇ ਕਿ ਯਾਰ ਅਸੀਂ ਇੰਨੇ ਪਿਆਰ ਦੇ ਕਾਬਲ ਨਹੀਂ ਹੈਗੇ ਸੀ ਜਿੰਨਾ ਸਾਨੂੰ ਪਾਕਿਸਤਾਨ ਨੇ ਪਿਆਰ ਦਿੱਤਾ, ਜਿੰਨਾ ਤੁਸੀਂ ਪਿਆਰ ਦਿੰਦੇ ਹੋ। ਅਸੀਂ ਇਹ ਕਿੱਦਾਂ ਭੁੱਲ ਸਕਦੇ ਹਾਂ? ਅਸੀਂ ਤੇ ਤਵੱਕੋ ਲੈ ਕੇ ਨਹੀਂ ਆਏ ਸੀ ਕਿ ਤੁਸੀਂ ਇੰਨਾ ਪਿਆਰ ਦੇਣ ਵਾਲੀ ਕੌਮ ਆ। ਠੀਕ ਆ, ਤੇ ਰੋਂਦੇ ਗਏ ਅਸੀਂ। ਸਾਡਾ ਵੀ ਇਹ ਦਾਵਾ ਮੈਂ ਅਕਸਰ ਚੈਲੰਜ ਕਰਦਾ, ਉਹਨਾਂ ਨੇ ਪੁੱਛਿਆ ਵੀ ਸਾਡਾ ਵੀਰੇ ਚੈਲੰਜ ਆ ਕਿ ਤੁਸੀਂ ਇੱਕ ਦਫਾ ਸਾਡੇ ਕੋਲ ਆਓ, ਸਾਡੇ ਪ੍ਰਾਹੁਣੇ ਬਣੋ, ਸਾਡੇ ਕੋਲ ਤੁਸੀਂ ਆਓ। ਜਦੋਂ ਤੁਸੀਂ ਆਓਗੇ ਨਾ, ਤੁਸੀਂ ਜਦੋਂ ਸਾਡੇ ਕੋਲ ਅਲਵਿਦਾਈ ਇਜਾਜ਼ਤ ਲਓਗੇ, ਤੁਸੀਂ ਰੋਂਦੇ ਹੋ ਜਾਓਗੇ, ਤੁਹਾਡਾ ਜਾਣ ਨੂੰ ਦਿਲ ਨਹੀਂ ਕਰੇਗਾ। ਤੁਸੀਂ ਅਗਰ ਚਲੇ ਵੀ ਜਾਓਗੇ ਤੇ ਜਿਹੜਾ ਕੋਈ ਕਹਿੰਦਾ ਨਾ ਪਾਕਿਸਤਾਨੀ ਬੁਰੇ, ਤੇ ਫਿਰ ਅਸੀਂ ਨਹੀਂ, ਫਿਰ ਤੁਸੀਂ ਖਿਲਾਓਗੇ ਕਿ ਭਾਈ ਉਹ ਇਦਾਂ ਨਹੀਂ ਹੈਗੇ, ਤੁਸੀਂ ਗਲਤ ਬੋਲਦੇ ਹੋ। ਸਈਦ ਰਾਜਪੂਤ ਨੂੰ ਇਹਨਾਂ ਦੇ ਚਾਹਣ ਵਾਲਿਆਂ ਨੇ, ਤੁਹਾਡੇ ਫਾਲੋਵਰਾਂ ਨੇ ਤੁਹਾਨੂੰ ਆਡੀਓ 'ਚ ਸੁਣਿਆ ਹੈ। ਅੱਜ ਉਹ ਆਡੀਓ ਸਾਨੂੰ ਲਾਈਵ ਸੁਣਾਓ, ਕਿਸੇ ਇੱਕ ਪਿੰਡ ਦੀ ਡਾਕੂਮੈਂਟਰੀ ਤੇ ਤੁਸੀਂ ਕਿਵੇਂ ਸ਼ੁਰੂ ਕਰਦੇ ਹੋ, ਕਿਵੇਂ ਬੋਲਦੇ ਹੋ, ਕਿਵੇਂ ਪਿੰਡ ਦਾ ਤਾਰਫ ਕਰਾਉਂਦੇ ਹੋ। ਮੈਂ ਤੁਹਾਨੂੰ ਆਪਣੇ ਪਿੰਡ ਦਾ ਥੋੜਾ ਜਿਹਾ ਤਾਰਫ ਹਾਂ ਬਿਲਕੁਲ। ਹਾਂਜੀ, ਉਦੋਂ ਮੈਂ ਥੋੜਾ ਜਿਹਾ ਰਿਲੈਕਸ ਬੈਠਾ ਹੁੰਦਾ। ਜਿਸ ਤਰ੍ਹਾਂ ਕਿ ਸਾਡਾ ਚਾਕਾ ਜੀ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸਾਹੀਵਾਲ ਮਿੰਟਗੁਮਰੀ ਦੀ ਤਹਿਸੀਲ ਚੀਚਾਵਤਨੀ 'ਚ ਪੈਂਦਾ ਚੱਕ 5812L। ਇਹ ਪਿੰਡ ਜ਼ਿਲ੍ਹਾ ਸਾਹੀਵਾਲ ਮਿੰਟਗੁਮਰੀ ਦੀ ਤਹਿਸੀਲ ਚੀਚਾਵਤਨੀ ਤੋਂ 32 ਕਿਲੋਮੀਟਰ ਮਗਰਬ ਜਨੂਬ ਵਾਲੇ ਪਾਸੇ ਆਬਾਦ ਆ। ਸੰਨ 1947 ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਸਾਰੀ ਸਿੱਖ ਬਰਾਦਰੀ ਸੀ। ਸੰਨ 1947 ਤੋਂ ਪਹਿਲਾਂ ਇਸ ਪਿੰਡ ਦੀਆਂ 2 ਨੰਬਰਦਾਰੀਆਂ ਸਨ। ਇੱਕ ਨੰਬਰਦਾਰੀ ਸਰਦਾਰ ਫਤਿਹ ਸਿੰਘ ਕੋਲ ਤੇ ਦੂਸਰੀ ਸਰਦਾਰ ਸਵਰਨ ਸਿੰਘ ਕੋਲੇ ਸੀ। ਹੁਣ ਇਸ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਬਰਾਦਰੀ ਗੁੱਜਰ ਅਰਾਈ ਜੱਟ ਬੈਠੀ ਆ। ਗੁੱਜਰ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਦੇ ਪਿੰਡ ਇੰਦਗੜ੍ਹ, ਪਿੰਡ ਕਿਸ਼ਨਪੁਰ ਕਲਾਂ, ਪਿੰਡ ਜਿੰਦੜਾ, ਪਿੰਡ ਨਸੀਰੇ ਵਾਲਾ, ਪਿੰਡ ਕਮਾਲਕੇ ਤੋਂ। ਅਰਾਈ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਦੇ ਪਿੰਡ ਸਮੈਲਪੁਰ, ਪਿੰਡ ਕਾਲਰੂਵਾਲ ਤੇ ਪਿੰਡ ਮਤਲਬ ਜਿਹੜਾ ਵੀ ਪਿੰਡ। ਹਾਂਜੀ, ਜੱਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਬਨਾਪੁਰ ਤੇ ਪਿੰਡ ਨੱਥੂਪੁਰ ਤੋਂ ਆ ਕੇ ਇਸ ਪਿੰਡ 'ਚ ਆਬਾਦ ਹੋਏ। ਤੇ ਇਸ ਪਿੰਡ ਦੀ ਆਬਾਦੀ 4 ਮਰਬਿਆਂ 'ਚ ਆ ਤੇ ਇਸ ਪਿੰਡ ਦਾ ਰਕਬਾ 85 ਮਰਬੇ ਨੇ। 11 ਘੋੜੀਪਾਲ ਤੇ 3 ਨੰਬਰਦਾਰੀਆਂ। ਇੱਕ ਨੰਬਰਦਾਰੀ ਗੁੱਜਰ ਬਰਾਦਰੀ ਕੋਲੇ, ਇੱਕ ਜੱਟ ਬਰਾਦਰੀ ਕੋਲੇ ਤੇ ਇੱਕ ਅਰਾਈ ਬਰਾਦਰੀ ਕੋਲੇ ਆ ਜੀ। ਐਂਡ ਕਿਵੇਂ ਕਰਦੇ ਬਸ ਕਰੀਦਾ ਜੀ। ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ ਪਿੰਡ ਵੇਖਣ ਵਾਲੇ ਵਾਸਤੇ ਸਾਨੂੰ ਫਾਲੋ ਕਰ ਲਓ। ਵੀਡੀਓ ਚੰਗੀ ਲੱਗੀ ਤੇ ਅੱਗੇ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰ ਦਿਓ। ਮਿਲਦੇ ਹਾਂ ਕਿਸੇ ਹੋਰ ਪਿੰਡ ਦੀ ਵੀਡੀਓ ਦੇ ਨਾਲ। ਰੱਬ ਰਾਖਾ। ਸਈਦ ਰਾਜਪੂਤ ਸਾਹਿਬ ਨੇ ਇੱਕ ਪੋਡਕਾਸਟ ਦੇ ਵਿੱਚ ਪੰਜਾਬੀ ਦੇ ਕੁਝ ਜਿਹੜੇ ਨਾ ਜੀ ਅਲਫਾਜ਼ ਕਹੇ ਨੇ, ਬੜੇ ਹੀ ਕਮਾਲ ਸੀ, ਸਾਨੂੰ ਵੀ ਜ਼ਰਾ ਸੁਣਾ। ਉਹ ਜੀ ਪੁੱਛਿਆ ਸੀ ਮੈਨੂੰ ਕਿ ਜਿਹੜੀ ਆਪਣਾ ਪਿੰਡ ਤੇ ਆਪਣੀ ਮਿੱਟੀ ਤੇ ਆਪਣਾ ਗਰਾਂ ਕਿੱਦਾਂ ਦਾ ਹੁੰਦਾ, ਤੇ ਮੈਂ ਉੱਥੇ ਪਰਦੇਸੀਆਂ ਨੂੰ ਕਿੱਦਾਂ ਦਾ ਲੱਗਦਾ, ਤੇ ਮੈਂ ਉੱਥੇ ਬੋਲਿਆ ਸੀ। ਕਾਫੀ ਦੇਰ ਹੋ ਗਈ ਪੜ੍ਹੇ ਨੂੰ, ਟਰਾਈ ਕਰਦੇ ਹਾਂ ਜੀ। ਮਿੱਠਾ ਖੂਹ ਤੇ ਠੰਡੀ ਛਾਂ, ਚੱਲੋ ਚਲੀਏ ਉਸ ਗਰਾਂ। ਹਰ ਪਾਸੇ ਹਰਿਆਲੀ ਹੋਵੇ, ਧਰਤੀ ਫੁੱਲਾਂ ਵਾਲੀ ਹੋਵੇ, ਘੁੱਗੂ ਤਿੱਤਰ ਲਾਲੀ ਹੋਵੇ ਤੇ ਹੋਵੇ ਟੱਗਿਆਂ ਦੀ ਅੜਾਂ। ਚੱਲੋ ਚਲੀਏ ਉਸ ਗਰਾਂ। ਤਾਰਿਆਂ ਦੇ ਨਾਲ ਖੇਡਦੇ ਰਹੀਏ, ਤਾਰਿਆਂ ਦੇ ਨਾਲ ਖੇਡਦੇ ਰਹੀਏ, ਜਿੱਥੇ ਚੰਨ ਨੂੰ ਮਾਮਾ ਕਹੀਏ, ਦੁੱਖਾਂ ਨੂੰ ਵੰਡ ਹਾਸੇ ਦਈਏ, ਇੱਕ ਦੂਜੇ ਦੇ ਲਾਗੇ ਬਈਏ, ਜਿੱਥੇ ਦਿਲ ਵਿੱਚ ਹੋਵੇ ਥਾਂ। ਚੱਲੋ ਚਲੀਏ ਉਸ ਗਰਾਂ, ਜਿੱਥੇ ਲੈਣ ਨਾ ਠੱਗ ਵੰਜਾਰੇ, ਝੂਠੇ ਲਾਏ ਨਾ ਕੋਈ ਲਾਰੇ, ਨਾ ਤਗੜੇ ਨਾ ਕੋਈ ਮਾੜੇ, ਹੋਵੇ ਸਭ ਤੇ ਸੁੱਖ ਦੀ ਛਾਂ। ਚੱਲੋ ਚਲੀਏ ਉਸ ਗਰਾਂ। ਹਾੜ ਸਿਆਲੀ ਇਕੱਠਿਆਂ ਗਾਣੀ, ਜਿੱਥੇ ਵਸਦੇ ਹਾਣ ਦੇ ਹਾਣੀ, ਫਜਰੇ ਗੂੰਜੇ ਦੁੱਧ ਮਦਾਣੀ, ਬਿਨ ਭਾੜੇ ਦੁੱਧ ਦੇਵੇਗਾ। ਚੱਲੋ ਚਲੀਏ ਉਸ ਗਰਾਂ, ਜਿੱਥੇ ਹੋਵੇ ਜੀ ਨੂੰ ਜੀ, ਫਰਕ ਨਾ ਹੋਵੇ 19-20, ਸੀ ਹੋਵੇ ਤੇ ਸਭ ਲਈ ਸੀ, ਧੀ ਹੋਵੇ ਤੇ ਸਭ ਲਈ ਧੀ, ਮਾਂ ਹੋਵੇ ਤੇ ਸਭ ਦੀ ਮਾਂ। ਚੱਲੋ ਚਲੀਏ ਉਸ ਗਰਾਂ। ਖੁੱਲੇ ਵਿਹੜੇ ਮੰਜੀਆਂ ਡਾਈਏ, ਵੱਖੋ ਵੱਖ ਨਾ ਕੰਧਾਂ ਪਾਈਏ, ਇੱਕੋ ਭਾਂਡੇ ਦੇ ਵਿੱਚ ਖਾਈਏ, ਹੱਸੀਏ ਖੇਡੀਏ ਨੱਚੀਏ ਗਾਈਏ, ਬਾਹਾਂ ਦੇ ਵਿੱਚ ਪਾ ਕੇ ਬਾਂਹ। ਚੱਲੋ ਚਲੀਏ ਉਸ ਗਰਾਂ। ਕੋਸ ਕੁਤਬ ਅਬਦਾਲ ਕਲੰਦਰ, ਹੋਣ ਸਭ ਇੱਕ ਦਾਇਰੇ ਅੰਦਰ, ਜਾਂ ਫਿਰ ਹੋਵੇ ਸੋਹਣੇ ਰੱਬ ਦਾ ਨਾਂ। ਚੱਲੋ ਚਲੀਏ ਉਸ ਗਰਾਂ, ਚੱਲ ਚਲੀਏ ਉਸ ਗਰਾਂ। ਚੜ੍ਹਦੇ ਪੰਜਾਬ ਦੇ ਜਿਹੜੇ ਭਰਾ ਮਿੱਤਰ ਨੇ, ਉਹਨਾਂ ਦੇ ਨਾਮ ਕੋਈ ਪੈਗਾਮ ਦਿਓ। ਉਹਨਾਂ ਦੇ ਨਾਲ ਉਹਨਾਂ ਦੇ ਨਾਮ ਇਹ ਪੈਗਾਮ ਆ ਜੀ ਕਿ ਤੁਸੀਂ ਆਓ,
ਸਾਡੇ ਲਹਿੰਦੇ ਪੰਜਾਬ 'ਚ ਇਹ ਤੁਹਾਡਾ ਆਪਣਾ ਘਰ ਆ, ਤੁਹਾਡੇ ਵੱਡ ਵਡੇਰਿਆਂ ਦੀ ਤੇ ਤੁਹਾਡੇ ਪੁਰਖਾਂ ਦੀ ਇਹ ਜਨਮ ਭੂਮੀ ਹੈ, ਇਹੀ ਜਗ੍ਹਾ ਵਾ। ਪੰਜਾਬ ਦੀ ਮਿੱਟੀ ਮਾੜੀ ਨਹੀਂ ਹੋ ਸਕਦੀ, ਪੰਜਾਬ ਮਾੜਾ ਨਹੀਂ ਹੋ ਸਕਦਾ। ਪੰਜਾਬ ਪਿਆਰ ਦੀ ਥਾਂ ਵਾ, ਪੰਜਾਬ ਪਿਆਰ ਦੀ ਜਗ੍ਹਾ ਵਾ, ਪੰਜਾਬ ਪਿਆਰ ਦਿੰਦਾ ਵਾ, ਪੰਜਾਬ ਪਿਆਰ ਲੈਂਦਾ ਵਾ। ਤੇ ਤੁਹਾਡੇ ਵਾਸਤੇ ਇਹ ਦਰ ਖੁੱਲ੍ਹੇ ਆ ਤੇ ਤੁਸੀਂ ਤੁਹਾਡੇ ਵਾਸਤੇ ਤੇ ਖੁਸ਼ਕਿਸਮਤੀ ਕਿ ਸਾਡੀ ਸਰਕਾਰ ਜਿਹੜੀ ਪਾਕਿਸਤਾਨੀ ਸਰਕਾਰ ਆ, ਇਹ ਵੀ ਤੁਹਾਡਾ ਮਤਲਬ ਐਸੇ ਪ੍ਰਬੰਧ ਕਰਦੀ ਤੁਹਾਡੇ ਵਾਸਤੇ, ਤੁਹਾਡੀ ਸਿਕਿਉਰਿਟੀ ਦੇ, ਤੁਹਾਡੇ ਖਾਣੇ ਦੇ, ਕਿ ਤੁਸੀਂ ਆਓਗੇ ਤੇ ਫਿਰ ਤੁਸੀਂ ਵਾਪਸ ਜਾਣ ਨੂੰ ਤੁਹਾਡਾ ਦਿਲ ਨਹੀਂ ਕਰੂਗਾ। ਤੁਸੀਂ ਆਓਗੇ ਸਾਡੇ ਕੋਲ ਤੇ ਰੋਂਦੇ ਹੋਏ ਜਾਓਗੇ। ਸਈਦ ਰਾਜਪੂਤ ਨੂੰ ਕਿੱਥੇ ਕਿੱਥੇ ਵੇਖਿਆ ਜਾ ਸਕਦਾ? ਡਿਸਕਵਰ ਪੰਜਾਬ ਆਪਣੀ ਪਹਿਚਾਣ ਆ ਜੀ। ਡਿਸਕਵਰ ਪੰਜਾਬ ਮੇਰਾ YouTube, ਡਿਸਕਵਰ ਪੰਜਾਬ ਮੇਰਾ Facebook, ਡਿਸਕਵਰ ਤੇ ਟਿਕਟੋਕ ਤੇ ਸਈਦ ਰਾਜਪੂਤ, ਇੰਸਟਾਗ੍ਰਾਮ ਤੇ ਵੀ ਡਿਸਕਵਰ ਪੰਜਾਬ 1947 ਆ। ਤੇ ਸਾਰੇ ਭਰਾ ਉੱਥੇ ਮੈਨੂੰ ਦੇਖ ਸਕਦੇ ਆ। ਅਜੀ ਨਾਜ਼ਰੀਨ, ਟੀਮ ਵਾਇਸ ਆਫ ਪੰਜਾਬ ਦੇ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਨਾਲ ਮੈਂ ਵੀ ਗੁਫ਼ਤਗੂ ਨੇ ਸਈਦ ਰਾਜਪੂਤ ਸਾਹਿਬ ਡਿਸਕਵਰ ਪੰਜਾਬ ਦੇ ਓਨਰ ਨੇ, ਰੂਵੇਂ ਰਵਾਂ ਨੇ, ਉਹਨੂੰ ਜਿਹੜਾ ਨਾ ਜੀ ਉਹ ਚਲਾ ਰਹੇ ਨੇ। ਇਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਸਾਡੇ ਪੰਜਾਬ ਦੇ ਨਾਲ, ਸਾਡੀ ਜਿਹੜੀ ਇੱਥੋਂ ਦੀ ਜਮਨ ਪੂੰਜੀ ਹੈ, ਸਾਡਾ ਜਿਹੜਾ ਇੱਥੋਂ ਦਾ ਰਹਿਣ ਸਹਿਣ ਉਹਦੇ ਨਾਲ ਜੁੜੀਆਂ ਹੋਈਆਂ। ਬਿਲਖਸੂਸ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਨੇ ਬੜਾ ਲਾਈਕ ਕਰਦੇ ਨੇ। ਅਸੀਂ ਵੀ ਬੜਾ ਸਫ਼ਰ ਕਰਕੇ ਸਈਦ ਰਾਜਪੂਤ ਸਾਹਿਬ ਕੋਲ ਆਏ ਹਾਂ ਤੇ ਆਪਣੀ ਜ਼ਮੀਨ ਦੇ ਵਿੱਚ ਜਿਹੜਾ ਨਾ ਜੀ ਉਹ ਹਲ ਵਾਹ ਰਿਹਾ ਸੀ, ਕੋਈ ਬੀਜ ਬੋਝ ਰਿਹਾ ਸੀ ਤੇ ਇਹਨਾਂ ਦਾ ਬੜਾ ਖਸੂਸੀ ਟਾਈਮ ਅਸੀਂ ਇਸ ਪੰਜਾਬੀ ਮਾਹੌਲ 'ਚ ਬਹਿ ਕੇ ਲਿਆ। ਟੀਮ ਵਾਇਸ ਆਫ ਪੰਜਾਬ ਬਹੁਤ ਜਲਦ ਮਿਲੇਗੀ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਇੱਕ ਨਵੇਂ ਪੰਜਾਬੀ ਦੇ ਨਾਲ ਤੇ ਉਹਦੀਆਂ ਨਵੀਆਂ ਗੱਲਾਂ ਦੇ ਨਾਲ। ਆਪਦਾ ਖਿਆਲ ਰੱਖਿਓ। ਟੀਮ ਵਾਇਸ ਆਫ ਪੰਜਾਬ ਨੂੰ ਇਜਾਜ਼ਤ ਦਿਓ। ਰੱਬ ਰੱਖਾ। ਵੌਇਸ ਆਫ ਪੰਜਾਬ।